ਪਤਾ ਫਿਰ ਬਾਬਿਆਂ ਦੀ ਪਿੰਡ ਦੇ ਵਿੱਚ ਸਾਡੇ ਲੱਗਦੀ ਹੈ ਮਹਿਫਲ ਤੇ ਸਿਆਣੇ ਵਾਲੀਆਂ ਹੁੰਦੀਆਂ ਉੱਥੇ ਗੱਲਾਂ। ਜ਼ਿਆਦਾ ਆਵਾਮ ਆ ਗਈ। ਮੈਂ ਕਿਹਾ ਕੀ ਬਣਿਆ? ਕਹਿੰਦੇ ਇੱਥੇ ਹੋ ਗਈ ਲੜਾਈ। ਆਵਾਮ ਸਾਡੇ ਪਿੰਡ ਦੇ ਇੱਕ ਯੰਗਸਟਰ ਮੁੰਡੇ ਦੀ ਕਬੱਡੀ ਦੇਖਣੇ ਵਾਸਤੇ ਹੋ ਗਈ ਤਿਆਰ। ਸੁਬਹ ਦੇਖਾਂ ਕਬੱਡੀ ਦਾ ਗਰਾਊਂਡ ਹੋ ਗਿਆ ਤਿਆਰ। ਮੈਂ ਕਿਹਾ ਇੱਥੇ ਕੀ ਹੈ? ਕਹਿੰਦੇ ਅੱਜ ਹੈਗਾ ਜੀ ਜੁਮੇ ਤੋਂ ਬਾਅਦ ਕਬੱਡੀ ਦਾ ਮੈਚ। ਜੀ ਮਿੱਤਰੋ ਆ ਬਲਾਵਾਂ ਅੱਜ ਕੱਲ ਟਿਕਟੋਕ ਤੇ ਬੜੀਆਂ ਮਸ਼ਹੂਰ ਹੋਈਆਂ। ਅੱਜ ਤੁਹਾਨੂੰ ਦਿਖਾਉਂਦੇ ਆ। ਲੋਕ ਤਾਂ ਇੱਕ ਇੱਕ ਚਲਾਉਂਦੇ ਆ, ਮੈਂ ਦੋ ਚਲਾ ਕੇ ਦਿਖਾਵਾਂ। ਆ ਕੇ ਦਿਖਾਓ ਮੇਰੇ ਹੋ ਗਿਆ ਸੀ ਨਮਾਜ਼ੇ ਜੁਮੇ ਦਾ। ਯਾਰ ਹੁਣੀ ਪਹੁੰਚ ਗਏ ਮਸਜਿਦ ਵਿੱਚ ਨਮਾਜ਼ੇ ਜੁਮਾ ਪੜ੍ਹਨ। ਪਹਿਲੇ ਦਿਨ ਤਾਂ ਯਾਰ ਫਿਰ ਮਸਜਿਦ ਨੂੰ ਲੱਗ ਜਾਂਦੀਆਂ ਚਾਰ ਚੰਨ। ਮਾਸ਼ਾਅੱਲਾ ਜੁਮੇ ਵਾਲੇ ਦਿਨ ਮਸਜਿਦ ਭਰ ਜਾਂਦੀ ਆ ਆਵਾਮ ਦੇ ਨਾਲ। ਉਹਨਾਂ ਬੱਚਾ ਦੇਖਾਂ ਤੇ ਕਰਨ ਲੱਗਿਆ ਹੋਇਆ ਸ਼ਰਾਰਤਾਂ। ਮੈਂ ਕਿਹਾ ਸ਼ਰਾਰਤਾਂ ਨਾ ਕਰ, ਮੈਂ ਤੈਨੂੰ ਪੁਲਿਸ ਨੂੰ ਫੜਾ ਦੇਣਾ। ਕਹਿੰਦਾ ਨਾ ਯਾਰ ਮੈਂ ਤਾਂ ਜੁਮਾ ਪੜਨ ਆਇਆ। ਫਿਰ ਨਮਾਜ਼ੇ ਜੁਮਾ ਦਾ ਹੁਣ ਖੁਤਬਾ। ਤੇ ਜੁਮਾ ਦੀ ਜਮਾਤ ਹੋ ਗਈ ਸੀ ਮਾਸ਼ਾਅੱਲਾ ਪੜ। ਆਵਾਮ ਦੇਖਾਂ ਤੇ ਜਾ ਰਹੀ ਆਪਣੇ ਆਪਣੇ ਘਰਾਂ ਨਹੀਂ ਚੱਲਿਆ ਸੀ ਆਪਣੇ ਘਰ ਨੂੰ। ਜੁੱਤੀ ਦੇਖਾਂ ਤੇ ਇੱਕ ਪਈ ਆ। ਮੈਂ ਕਿਹਾ ਇੱਕ ਜੁੱਤੀ ਕਿੱਥੇ ਲੈ ਕੇ ਜਾ ਸਕਦਾ ਕੋਈ? ਦੇਖਦਾ ਉਰੇ ਕਿਤੇ ਪਈ ਹੋਣੀ। ਮੈਨੂੰ ਲੱਭੇ ਨਾ, ਮੈਂ ਰਹਿ ਗਿਆ ਪਰੇਸ਼ਾਨ। ਆ ਦੇਖੋ ਮਿੱਤਰੋ ਥੱਲੇ ਨੂੰ ਪਈ ਸੀ ਮੇਰੀ ਜੁੱਤੀ। ਮੈਂ ਕਿਹਾ ਸ਼ੁਕਰ ਆ ਲੱਭ ਗਈ। ਪਹੁੰਚਿਆ ਮਾਲ ਦੇ ਹੱਥਾਂ ਤੇ ਗਰਮਾ ਗਰਮ ਚਾਵਲ, ਮੂੰਹ ਚ ਆਇਆ ਪਾਣੀ। ਮੈਂ ਕਿਹਾ ਜਲਦੀ ਜਲਦੀ ਕਰੋ, ਇਹਨਾਂ ਦਾ ਆਪਰੇਸ਼ਨ ਕਿਤੇ ਆਂਦਾ ਹੋਵੇ ਨਾਈਸ। ਜਦੋਂ ਆ ਜਾਣਾ ਸੀ ਮੇਰੇ ਹਿੱਸੇ ਦੇ ਵੀ ਖਾ ਜਾਣੇ ਸੀ ਚਾਵਲ। ਮਿੱਤਰੋ ਯਕੀਨ ਕਰੋ ਸਵਾਦ ਅੱਜ ਤਾਂ ਸਾਰਾ ਹੀ ਆ ਗਿਆ। ਬਣਾਉਣ ਲੱਗੇ ਆ ਜੂਸ। ਮੈਂ ਕਿਹਾ ਯਾਰ ਬਰਫ਼ ਪਾਤੀ ਵਿੱਚ ਕੁਝ ਹੈ ਘੱਟ ਲੱਗਦੀ ਆ। ਆਣਾ ਤਾਂ ਮੈਂ ਭੁੱਲ ਹੀ ਗਿਆ ਸੀ। ਫਿਰ ਪਾਇਆ ਦੁੱਧ, ਜੂਸ ਹੋ ਗਿਆ ਤਿਆਰ। ਮੈਂ ਪੀਤਾ ਤੇ ਯਕੀਨ ਕਰੋ ਬੜਾ ਸਵਾਦੀ ਜੂਸ ਮੈਂ ਤਾਂ ਬਣਾਉਂਦਾ। ਮੇਰਾ ਤਾਂ ਦਿਲ ਆ ਯਾਰ ਜੂਸ ਵਾਲਾ ਅੱਡਾ ਲਾ। ਮੁੰਡੇ ਨੇ ਕੀਤੀ ਫਰਮਾਇਸ਼, ਕਹਿੰਦਾ ਅੱਜ ਆਪਣੇ ਪੱਲੋਂ ਲਿਆ ਕੇ ਖਵਾ ਸ਼ਵਾਰਮਾ। ਯਾਰਾਂ ਨੇ ਉਹਨੂੰ ਖਵਾਇਆ ਸ਼ਵਾਰਮਾ। ਨਾਈਸ ਮੁੰਡਾ ਸ਼ਵਾਰਮਾ। ਸ਼ਵਾਰਮਾ ਤਾਂ ਠੀਕ ਹੈ, ਨੈਟ ਤੇ ਨਹੀਂ ਚੱਲ ਰਹੀ। ਪੈਕੇਜ ਦੇ ਪੈਸੇ ਕਿੰਨੇ ਦੇਣੇ ਆ ਦੱਸੋ? ਪੈਕੇਜ ਖਤਮ ਹੋਏ ਆ ਭਾਈ। ਲਿਆ ਹੁਣ ਪੈਕੇਜ ਲਵਾਇਆ ਵਾ ਮੈਂ, ਲਵਾ ਕੇ ਲਵਾਇਆ। ਫਿਰ ਵਾਈਫਾਈ ਦਾ ਪੈਕੇਜ। ਫਿਰ ਯਾਰ ਹੁਣੀ ਆ ਗਏ ਜੀ ਬਾਬਿਆਂ ਦੀ ਮਹਿਫਲ ਦੇ ਵਿੱਚ। ਦੇਖਾਂ ਤੇ ਲੱਗੀਆਂ ਹੋਈਆਂ ਜੀ ਰੌਣਕਾਂ। ਦੇਖਦਾ ਪਿਆ ਸੀ ਮੈਂ ਕਿਹਾ ਇੱਧਰ ਨੂੰ ਆਵਾਮ ਪਤਾ ਨਹੀਂ ਕਿਉਂ ਜਾ ਰਹੀ ਹੈ। ਮੈਂ ਕਿਹਾ ਯਾਰ ਜਾ ਕੇ ਦੇਖਦੇ ਆ ਆਪ ਵੀ ਤੇ ਨਾਲੇ ਦਿਖਾਉਂਦੇ ਆ ਮਿੱਤਰਾਂ। ਉਹ ਤਿੰਨ ਜਣਿਆਂ ਨੂੰ ਪੁੱਛਿਆ ਮੈਂ ਕਿਹਾ ਉਰੇ ਹੈ ਕੀ ਆ ਯਾਰ ਇੰਨੀ ਆਵਾਮ ਆਈ ਹੋਈ ਆ? ਕਹਿੰਦੇ ਯਾਰ ਸਾਨੂੰ ਤਾਂ ਆਪ ਨਹੀਂ ਪਤਾ। ਡੀ ਵਾਲੇ ਯੰਗਸਟਰ ਮੁੰਡਿਆਂ ਨੇ ਪਾਏ ਕੱਛੇ। ਮੈਂ ਕਿਹਾ ਹੁਣ ਸਮਝ ਲੱਗੀ ਆ ਯਾਰ ਉਰੇ ਕਬੱਡੀ ਦਾ ਮੈਚ ਆ। ਦੇਖਾਂ ਤੇ ਦੂਰੋਂ ਆਈ ਆ ਜੀ ਕਬੱਡੀ ਦਾ ਮੈਚ ਦੇਖਣ ਵਾਸਤੇ। ਹਰ ਜੁਮੇ ਵਾਲੇ ਦਿਨ ਹੁੰਦਾ ਜੀ ਸਾਡੇ ਪਿੰਡ ਦੇ ਵਿੱਚ ਕਬੱਡੀ ਦਾ ਮੈਚ। ਗਰਾਊਂਡ ਦੇ ਵਿੱਚ ਜਾਣ ਤੋਂ ਪਹਿਲਾਂ ਜੀ ਸਾਰੇ ਯੰਗਸਟਰ ਮੁੰਡੇ ਬਹਿ ਜਾਂਦੇ ਆ ਇੱਕ ਜਗ੍ਹਾ ਤੇ, ਕਰਦੇ ਆ ਦੁਆ ਤਾਂ ਕਿ ਕਿਸੇ ਦੇ ਸੱਟ ਪੇੜ ਨਾ ਲੱਗ ਜਾਵੇ। ਜੀ ਸਾਡੇ ਪਿੰਡ ਦੇ ਯੰਗਸਟਰ ਮੁੰਡਿਆਂ ਦੀ ਟੀਮ ਕਬੱਡੀ ਦਾ ਮਿੱਤਰੋ ਮੈਂ ਵੀ ਖੇਲਦਾ। ਮੈਂ ਹੈਗਾ ਥੋੜਾ ਜਿਹਾ ਮਸਰੂਫ, ਇਸ ਕਰਕੇ ਮੈਂ ਕਬੱਡੀ ਦੇ ਗਰਾਊਂਡ 'ਚ ਹੁਣ ਆਂਦਾ। ਕਬੱਡੀ ਦੇ ਗਰਾਊਂਡ ਦੇ ਵਿੱਚ ਵੜਨ ਤੋਂ ਬਾਅਦ ਜੀ ਸਾਰੇ ਯੰਗਸਟਰ ਮੁੰਡੇ ਨੱਚਣ ਲੱਗ ਜਾਂਦੇ। ਤੁਸੀਂ ਵੀ ਸਮਝਦੇ ਹੋ ਯਾਰ ਇਹ ਕਿਉਂ ਨੱਚਦੇ? ਇਸ ਕਰਕੇ ਨੱਚਦੇ ਹੁੰਦੇ ਆ ਕਿਉਂਕਿ ਯਾਰ ਜਿਸਮ ਗਰਮ ਹੋ ਜਾਂਦਾ, ਫਿਰ ਸੱਟ ਪੇਟ ਏਡੀ ਜਲਦੀ ਨਹੀਂ ਲੱਗਦੀ। ਭਾਈ ਨੇ ਕੀਤਾ ਟਾਸ, ਸਾਜੀ ਭਾਈ ਟਾਸ ਜਿੱਤ ਗਿਆ। ਸਾਡੇ ਪਿੰਡ ਦਾ ਯੰਗਸਟਰ ਮੁੰਡਾ ਜੀ ਜਿਹੜਾ ਕਿ ਦੱਸ ਰਿਹਾ ਕਿ ਐਵੇਂ ਕਬੱਡੀ ਪਾਣੀ। ਮਿੱਤਰੋ ਸਾਡੇ ਪਿੰਡ ਵੱਲੋਂ ਪਹਿਲੀ ਕਬੱਡੀ ਪੈ ਗਈ ਜੀ ਹਰੂਨ ਭਾਈ ਦੀ। ਚੈੱਕ ਕਰਦੇ ਆ ਕੀ ਸੀਨ ਆ ਜੀ। ਤੁਸੀਂ ਕਰੋ ਕਬੱਡੀ ਇੰਜੋਏ। ਭਾਈ ਦੀਆਂ ਲੱਤਾਂ ਨੂੰ ਫੜਨ ਲੱਗਿਆ ਸੀ ਇੱਕ ਮੁੰਡਾ। ਹਰੂਨ ਭਾਈ ਨੇ ਘੁਮਾ ਕੇ ਮਾਰਿਆ ਪਰੇ ਨੂੰ। ਹਰੂਨ ਭਾਈ ਕਹਿੰਦਾ ਡੋਂਟ ਟੱਚ। ਦੂਸਰੇ ਪਿੰਡ ਵਾਲਿਆਂ ਦੀ ਤਰਫ ਤੋਂ ਪਈ ਕਬੱਡੀ ਨਾਲ ਹੀ ਉਮੈਰ ਭਾਈ ਨੇ ਲਾਤਾ ਜੱਫਾ। ਕਿਆ ਬਾਤ ਆ ਉਮੈਰ ਭਾਈ ਤੇਰੀ। ਅੱਖਾਂ ਤੇ ਬੈਠੀ ਹੈ ਜੀ ਸਾਈਡਾਂ ਤੇ ਕਾਫੀ ਜੀ ਕਰਦੀ ਪਈ ਆ ਕਬੱਡੀ ਦਾ ਮੈਚ ਇੰਜੋਏ। ਭਰਾ ਦੀ ਵੀਡੀਓ ਇੱਕ ਵਾਰੀ ਤੁਸੀਂ ਕਰ ਦਿਆ ਕਰੋ ਸ਼ੇਅਰ। ਪਿੰਡ ਦਾ ਯੰਗਸਟਰ ਮੁੰਡਾ ਕਹਿੰਦਾ ਯਾਰ ਮੈਨੂੰ ਕੋਈ ਜੱਫਾ ਨਹੀਂ ਲਾ ਸਕਦਾ ਸੀ। ਕਿ ਪਾ ਕਬੱਡੀ ਹੁਣੇ ਤੈਨੂੰ ਲੱਗ ਜਾਏਗਾ ਜੱਫਾ। ਮੈਂ ਹੁਣੇ ਪਾਉਂਦਾ ਕਬੱਡੀ, ਮੈਨੂੰ ਰੋਲਾ ਹੀ ਕੋਈ ਨਹੀਂ ਹੈ। ਮੈਂ ਕਿਹਾ ਯਾਰ ਕੋਈ ਅੱਛਾ ਜਿਹਾ ਮੁੰਡਾ ਲੱਗੋ ਜੇ ਭਾਈ ਇਹਨੂੰ ਜੱਫਾ ਲਾਓ। ਇਹ ਕਹਿੰਦਾ ਮੈਨੂੰ ਕੋਈ ਜੱਫਾ ਨਹੀਂ ਲੱਗਦਾ। ਉਸ ਤੋਂ ਬਾਅਦ ਮੈਨੂੰ ਦਿਓ ਇਜਾਜ਼ਤ। ਆਪਣਾ ਖਿਆਲ ਰੱਖਿਓ, ਨਮਾਜ਼ ਕਾਇਮ ਕਰਿਓ। ਪਾਕਿਸਤਾਨ ਜ਼ਿੰਦਾਬਾਦ।